ਹੈਲੋ ਸਟੂਡੈਂਟਸ, ਅੱਜ ਆਪਾਂ ਕਰਾਂਗੇ ਪੋਲੀਟੀਕਲ ਜੀਕੇ ਦਾ ਮੋਸਟ ਇੰਪੋਰਟੈਂਟ ਟੌਪਿਕ ਸ਼ਡਿਊਲਸ ਅਨੁਸੂਚੀਆਂ। ਹਾਂਜੀ, ਸਟਾਰਟ ਕਰਦੇ ਹਾਂ। ਕਿਹੜੇ ਕਿਹੜੇ ਕੁਐਸਚਨ ਬਣ ਸਕਦੇ ਇਹਦੇ ਵਿੱਚ। ਹਾਂਜੀ, ਪਹਿਲਾ ਕੁਐਸਚਨ ਕਿ ਆਪਣੇ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ। ਹਾਂਜੀ, ਇਹਦਾ ਆਨਸਰ ਕੀ ਹੈ? ਕਿੰਨੀਆਂ ਅਨੁਸੂਚੀਆਂ ਸਾਡੇ ਕੋਲ? 12। ਹਾਂਜੀ, ਦੂਸਰਾ ਕੁਐਸਚਨ, ਜਦੋਂ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਨੂੰ, ਉਦੋਂ ਕਿੰਨੀਆਂ ਅਨੁਸੂਚੀਆਂ ਸੀਗੀਆਂ, ਕਿੰਨੇ ਸ਼ਡਿਊਲ ਸੀਗੀਆਂ ਸੰਵਿਧਾਨ ਦੇ ਵਿੱਚ? ਤਾਂ ਸਾਡਾ ਆਨਸਰ ਕੀ ਹੈ? 8। ਯਾਨੀ ਕਿ ਪਹਿਲਾਂ ਸੰਵਿਧਾਨ ਲਾਗੂ ਹੋਣ ਸਮੇਂ ਕਿੰਨੀਆਂ ਸੂਚੀਆਂ ਸਾਡੀਆਂ? 8। ਇਵੇਂ ਤਰਤੀਬਵਾਰ ਲਿਖੀਆਂ ਜਿਹੜੀਆਂ 12 ਦੀਆਂ 12। ਹਾਂਜੀ, ਪਹਿਲਾਂ ਕਿੰਨੀਆਂ ਸੀਗੀਆਂ? 8। ਅਤੇ ਬਾਅਦ ਵਿੱਚ ਅਮੈਂਡਮੈਂਟ ਤਹਿਤ 4 ਸੂਚੀਆਂ ਜਿਹੜੀਆਂ ਹੋਰ ਜੋੜੀਆਂ ਗਈਆਂ। ਹਾਂਜੀ, ਆਪਾਂ ਗੱਲ ਕਰਦੇ ਹਾਂ। ਇਹ ਜਿਹੜੀਆਂ 12 ਦੀਆਂ 12 ਸੂਚੀਆਂ ਵਾ, ਇਹ ਅਸੀਂ ਤਰਤੀਬਵਾਰ ਯਾਦ ਕਰਨੀਆਂ ਵਾ। ਕਾਹਤੋਂ? ਕਿਉਂਕਿ ਕੁਐਸਚਨ ਕਿਸ ਤਰ੍ਹਾਂ ਆਉਂਦਾ ਵਾ, ਕੋਈ ਵੀ ਆਪਾਂ ਨੂੰ ਸਬਜੈਕਟ ਕਹਿ ਦੇਣਗੇ ਵੀ ਰਾਜ ਸਭਾ ਦੱਸੋ ਕਿਹੜੀ ਸੂਚੀ ਦੇ ਵਿੱਚ, ਰਾਜ ਸਭਾ ਨਾਲ ਯਾਨੀ ਕਿ ਜਿਹੜਾ ਰਿਲੇਟਡ ਆ ਉਹ ਕਿਹੜੀ ਸੂਚੀ ਆ, ਅਤੇ ਸਾਨੂੰ ਪਤਾ ਹੋਣਾ ਚਾਹੀਦਾ ਇਹ ਕਿਹੜੀ ਸੂਚੀ ਹੈ। ਚੌਥੀ ਕੁਐਸਚਨ ਆ ਸਕਦਾ ਜਿਹੜਾ ਪੰਚਾਇਤਾਂ ਨਾਲ ਸੰਬੰਧਿਤ ਸੂਚੀ ਕਿਹੜੀ ਹੈ। ਹਾਂਜੀ, 91ਵੀਂ ਸੂਚੀ ਵਿੱਚ ਹਾਂਜੀ ਪੰਚਾਇਤਾਂ ਨਾਲ ਸੰਬੰਧਿਤ ਕਾਨੂੰਨ ਆ। ਹਾਂਜੀ, ਸਾਡਾ ਆਨਸਰ ਕੀ ਹੋਊਗਾ? 11ਵਾਂ। ਇਹ ਅਸੀਂ ਸਾਰੇ ਕਿਸ ਤਰ੍ਹਾਂ ਯਾਦ ਕਰਾਂਗੇ, ਇਹਦੇ ਵਾਸਤੇ ਇੱਕ ਟ੍ਰਿਕ ਆ। ਹਾਂਜੀ, ਉਹ ਕੀ ਹੈ? ਟੀਅਰਸ। ਆਪਾਂ ਕੀ ਯਾਦ ਕਰਨਾ? TEARS OF ਆਫ OLD ਓਲਡ PM। ਹਾਂਜੀ, ਆਪਾਂ ਲਾਈਨ ਇੱਕ ਜਿਹੜਾ ਯਾਦ ਕਰਾਂਗੇ, ਟੀਅਰਸ ਆਫ ਓਲਡ PM। ਜਦੋਂ ਆਪਾਂ ਟੀ ਨੂੰ ਯਾਦ ਕੀਤਾ, ਸਾਡੇ ਦਿਮਾਗ ਵਿੱਚ ਯਾਨੀ ਕਿ ਟੀ ਤੋਂ ਬਾਅਦ ਕੀ ਹੋਣਾ ਚਾਹੀਦਾ? ਟੈਰੀਟਰੀਜ਼। ਈ ਤੋਂ ਬਾਅਦ ਕੀ ਹੋਣਾ ਚਾਹੀਦਾ? ਅਰਨਿੰਗ। ਏ ਤੋਂ ਬਾਅਦ ਅਫਰਮੇਸ਼ਨ। ਆਰ ਤੋਂ ਬਾਅਦ ਰਾਜ ਸਭਾ, ਰਾਜ ਸਭਾ। ਇਸ ਤੋਂ ਬਾਅਦ ਸ਼ਡਿਊਲਡ ਏਰੀਆ, ਸ਼ਡਿਊਲਡ ਏਰੀਆ। ਉਹ ਕੀ ਹੈ? ਅਦਰ ਸ਼ਡਿਊਲਡ ਏਰੀਆ। ਐਫ ਕੀ ਹੈ? ਫੈਡਰਲ ਸਿਸਟਮ। ਆਪਾਂ ਗੱਲ ਕਰਦੇ ਹਾਂ ਬਾਅਦ 'ਚ ਕੀ ਹੈ। ਉਹ ਕੀ ਹੈ? ਆਫੀਸ਼ੀਅਲ ਲੈਂਗੁਏਜ। ਇੱਕ ਉਹ 2 ਵਾਰੀ ਆ ਰਹੀ ਹੈ, ਇੱਥੇ ਲਿਖਾ ਨਹੀਂ ਖਾਣਾ। ਪਹਿਲੀ ਉਹ ਕੀ ਹੈ? ਅਦਰ ਸ਼ਡਿਊਲ ਨਾਲ ਰਿਲੇਟਡ ਉਹਦੀ ਆ ਜਾਂਦੀ ਹੈ। ਜਿਹੜੀ ਸੈਕੰਡ ਉਹ ਆ ਉਹ ਕੀ ਹੈ? ਆਫੀਸ਼ੀਅਲ ਲੈਂਗੁਏਜ। ਐਲ ਕੀ ਹੈ? ਲੈਂਡ ਫਾਰਮ, ਲੈਂਡ ਸੰਬੰਧੀ ਹੈ। ਡੀ ਕੀ ਹੈ? ਡਿਫਲੈਕਸ਼ਨ, ਉਹ ਡਿਫੈਕਸ਼ਨ ਜਾਂ ਇਹਨੂੰ ਕਹਿੰਦੇ ਡਿਸਕੁਆਲੀਫਿਕੇਸ਼ਨ। ਡਿਫੈਕਸ਼ਨ ਜਾਂ ਡਿਸਕੁਆਲੀਫਿਕੇਸ਼ਨ ਯਾਦ ਕਰ ਸਕਦੇ ਹਾਂ। ਪੀ ਕੀ ਹੈ? ਪੰਚਾਇਤ। ਅਤੇ ਐਮ ਕੀ ਹੈ? ਮਿਊਨਿਸਪੈਲਿਟੀਜ਼। ਹਾਂਜੀ, ਇਹ ਆਪਾਂ ਇੱਦਾਂ ਯਾਦ ਕਰਨੀਆਂ ਯਾਨੀ ਕਿ ਇੱਕ ਟ੍ਰਿਕ ਦੀ ਸਹਾਇਤਾ ਦੇ ਨਾਲ। ਹਾਂਜੀ, ਆਪਾਂ ਹੁਣ ਗੱਲ ਕਰਦੇ ਹਾਂ ਇਕੱਲੀ ਇਕੱਲੀ। ਪਹਿਲੀ ਜਿਹੜੀ ਸੂਚੀ ਹੈ ਉਹ ਕੀ ਹੈ? ਇਹਦੇ ਵਿੱਚ ਕੀ ਹੈ? ਟੀ ਤੋਂ ਭਾਵ ਕੀ ਹੈ? ਟੈਰੀਟਰੀਜ਼ ਐਂਡ ਸਟੇਟਸ। ਇਹ ਸੂਚੀ ਵਿੱਚ ਇੰਡੀਆ ਦੇ ਵਿੱਚ ਕਿੰਨਾ ਏਰੀਆ, ਕਿੰਨੀਆਂ ਇਹਦੀਆਂ ਸਟੇਟਸ ਆ, ਕਿੰਨੀ ਇਹਦੇ ਯੂਟੀ ਆ, ਯੂਨੀਅਨ ਕੇਂਦਰ ਸ਼ਾਸਿਤ ਪ੍ਰਦੇਸ਼ ਕਿੰਨੇ ਆ, ਇਹਦੇ ਬਾਰੇ ਦੱਸਿਆ ਗਿਆ। ਅਤੇ ਸਾਨੂੰ ਪਤਾ ਵੀ ਹੋਣਾ ਚਾਹੀਦਾ ਸਾਡੇ ਜਿਹੜੀਆਂ ਵੀ ਨਵਾਂ ਸਟੇਟ ਬਣਦਾ ਉਹ ਇਹਦੇ ਵਿੱਚ ਆ ਜਾਂਦਾ, ਜਿਹੜਾ ਸਟੇਟ ਤੋਂ ਯੂਟੀ ਬਣ ਜਾਂਦਾ ਉਹ ਵੀ ਇਹਦੇ ਵਿੱਚ ਇਨਕਲੂਡ ਹੋ ਜਾਂਦਾ। ਹਾਂਜੀ, ਕਿੰਨੀਆਂ ਹੁਣ ਪ੍ਰੈਜ਼ੈਂਟ ਕਿੰਨੇ ਸਾਡੇ ਸਟੇਟਸ ਆ, ਸਾਨੂੰ ਪਤਾ ਹੋਣਾ ਚਾਹੀਦਾ 28 ਅਤੇ ਪਲੱਸ ਹਾਂਜੀ ਯੂਟੀ ਕਿੰਨੀਆਂ, ਕੇਂਦਰ ਸ਼ਾਸਿਤ ਪ੍ਰਦੇਸ਼ ਕਿੰਨੇ ਆ, ਉਹ ਹੈਗੇ ਆ 8। ਹਾਂਜੀ, ਇਹ ਪਹਿਲੀ ਸੂਚੀ ਵਿੱਚ ਯਾਨੀ ਕਿ ਇਸ ਸੰਬੰਧੀ ਹੈ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਾਰੇ ਹੈ ਦੱਸਿਆ ਹੋਇਆ, ਉਹਨਾਂ ਦੇ ਨਾਵਾਂ ਦੀ ਸੂਚੀ ਹੈ। ਹਾਂਜੀ, ਇਹ ਕੀ ਹੈ? ਅਰਨਿੰਗ, ਪੇ। ਹਾਂਜੀ, ਤਨਖਾਹਾਂ ਬਾਰੇ ਹੈ। ਕਿਹਦੀਆਂ ਤਨਖਾਹਾਂ ਬਾਰੇ ਆ? ਜਿਹੜੇ ਵੱਡੇ ਵੱਡੇ ਅਹੁਦੇ, ਸੰਵਿਧਾਨਕ ਅਹੁਦੇ ਆ, ਕਿਹੜੇ ਕਿਹੜੇ ਆਪਾਂ ਗੱਲ ਕਰ ਸਕਦੇ ਹਾਂ। ਪ੍ਰੈਜ਼ੀਡੈਂਟ, ਰਾਸ਼ਟਰਪਤੀ। ਮੈਂ ਸ਼ਾਰਟ ਹੀ ਲਿਖੂੰਗਾ, ਪ੍ਰੈਜ਼ੀਡੈਂਟ, ਰਾਸ਼ਟਰਪਤੀ, ਵਾਈਸ ਪ੍ਰੈਜ਼ੀਡੈਂਟ, ਹਾਂਜੀ PM, ਹੋਰ ਹਾਂਜੀ ਸਪੀਕਰ ਕਿਹੜਾ? ਲੋਕ ਸਭਾ ਦਾ। ਹਾਂਜੀ, ਹੋਰ ਜੱਜ, ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ। ਹਾਂਜੀ, ਹੋਰ ਇਲੈਕਸ਼ਨ ਚੀਫ ਕਮਿਸ਼ਨਰ, AGI। ਹਾਂਜੀ, ਹੋਰ CAG, ਹੋਰ
ਵੱਡੇ ਵੱਡੇ ਅਹੁਦੇ, ਸੰਵਿਧਾਨਕ ਅਹੁਦੇ ਕਿਹੜੇ? ਗਵਰਨਰ, ਠੀਕ ਹੈ, ਗਵਰਨਰ। ਹਾਂਜੀ, ਇਹਨਾਂ ਦੀਆਂ ਤਨਖਾਹਾਂ ਬਾਰੇ ਇਹਦੇ ਵਿੱਚ ਦੱਸਿਆ ਹੋਊਗਾ ਵੀ ਕਿੰਨੀ ਇਹਨਾਂ ਨੂੰ ਤਨਖਾਹ ਮਿਲੂਗੀ, ਜਾਂ ਜਿਹੜਾ ਵੀ ਵੱਧਦੀ ਰਹਿੰਦੀ ਹੈ ਉਸ ਬਾਰੇ ਵਿੱਚ ਆ ਜਾਂਦਾ ਵੀ ਇਹਨਾਂ ਨੂੰ ਮਹੀਨੇ ਦੀ ਤਨਖਾਹ ਇੰਨੀ ਜਾਂ ਸਾਲਾਨਾ ਤਨਖਾਹ ਇੰਨੀ ਮਿਲੂਗੀ। ਹਾਂਜੀ, ਇਹਦੇ ਵਿੱਚ ਇਹ ਜੇਕਰ ਤੇ ਜੇ ਆਪਾਂ ਗੱਲ ਕਰੀ ਲਈ ਤਨਖਾਹਾਂ ਦੀ, ਤੇ ਕੁਐਸਚਨ ਕਈ ਵਾਰੀ ਤਨਖਾਹਾਂ ਦਾ ਵੀ ਆਈ ਜਾਂਦਾ ਹੁੰਦਾ ਵੀ ਕਿੰਨੀ ਤਨਖਾਹ ਵਾ ਪ੍ਰੈਜ਼ੀਡੈਂਟ ਦੀ, ਕਿੰਨੀ ਤਨਖਾਹ ਵਾ। ਜੇ ਆਪਾਂ ਸਾਰੀ ਕੰਪੈਰੀਜ਼ਨ ਨਾਲ ਕਰ ਲਾਂਗੇ ਤਾਂ ਸੌਖਾ ਹੋ ਜਾਂਦਾ ਯਾਦ ਕਰਨਾ। ਹਾਂਜੀ, ਫਿਰ ਕਰ ਲੈਂਦੇ ਹਾਂ। ਪ੍ਰੈਜ਼ੀਡੈਂਟ ਦੀ ਜਿਹੜੀ ਤਨਖਾਹ ਵਾ, ਹਾਂਜੀ, ਉਹ ਕਿੰਨੀ ਹੈ? 5 ਲੱਖ ਪ੍ਰਤੀ ਮਹੀਨਾ। ਇੱਕ ਮਹੀਨੇ ਦਾ ਕਿੰਨਾ? 5 ਲੱਖ। ਹਾਂਜੀ, ਵਾਈਸ ਪ੍ਰੈਜ਼ੀਡੈਂਟ ਦਾ ਕਿੰਨਾ ਵਾ? ਹਾਂਜੀ, 4 ਲੱਖ। ਕਿੰਨਾ? 5 ਲੱਖ, ਇਹ ਕਿੰਨਾ? 4 ਲੱਖ। ਐਲ ਪਾ ਰਿਹਾ, LAC। ਹਾਂਜੀ, ਉਸ ਤੋਂ ਬਾਅਦ ਸਪੀਕਰ ਦੀ ਕਿੰਨੀ ਹੈ? ਸਪੀਕਰ ਦੀ ਵੀ ਹੈਗੀ ਆ 4 ਲੱਖ। ਉਸ ਤੋਂ ਬਾਅਦ ਗਵਰਨਰ ਦੀ ਕੰਪੈਰੀਜ਼ਨ ਨਾਲ, ਯਾਨੀ ਕਿ ਆਪਾਂ ਸੌਖਾ ਸਿੱਖ ਲੈਂਦੇ ਹਾਂ, 3.5 ਲੱਖ। ਤੇ ਜਿਹੜਾ ਹਾਂਜੀ ਪ੍ਰਾਈਮ ਮਿਨਿਸਟਰ ਹੈ, ਮੈਂ MP ਲਿਖਤਾ, PM, ਪ੍ਰਾਈਮ ਮਿਨਿਸਟਰ ਦੀ ਤਨਖਾਹ ਕਿੰਨੀ ਹੈ? ਬਾਕੀ ਦੀ ਮੰਥਲੀ ਆ, ਇਹਦੀ ਹੈਗੀ ਆ 20 ਲੱਖ ਈਅਰਲੀ, ਯਾਨੀ ਕਿ ਸਾਲਾਨਾ। ਸੁਪਰੀਮ ਕੋਰਟ ਦਾ ਜੱਜ ਇੱਕ ਹੁੰਦਾ ਮੁੱਖ, ਜਿਹਨੂੰ ਕਹਿੰਦੇ ਆ ਚੀਫ ਜਸਟਿਸ ਆਫ ਇੰਡੀਆ। ਤੁਸੀਂ ਨਾਲ ਦੀ ਨਾਲ ਨੋਟ ਕਰੀ ਜਾਣਾ, ਕਿਉਂਕਿ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਜਲਦੀ ਸਿੱਖਦੇ ਹਾਂ। ਸਾਰੀਆਂ ਇਕੱਠੀਆਂ ਹੀ ਲਿਖ ਲਓ ਇਹਨਾਂ ਨੂੰ, ਤਨਖਾਹ ਨੂੰ। ਹਾਂਜੀ, ਸੁਪਰੀਮ ਕੋਰਟ ਦੇ ਜੱਜ, ਹਾਂਜੀ, ਹੁਣ 34 ਹੈ ਸ਼ਾਇਦ, ਥੋੜ੍ਹਾ ਮੋਟਾ ਚੈੱਕ ਵੀ ਕਰ ਲਿਓ। ਹਾਂਜੀ, ਕਿੰਨੇ? ਇੱਕ ਹੁੰਦਾ ਮੁੱਖ ਜੱਜ, ਹਾਂਜੀ, ਉਹਦੀ ਤਨਖਾਹ ਕਿੰਨੀ ਹੈ? 2,80,000। ਤੇ ਜਿਹੜੇ ਬਾਕੀ ਦੇ ਜੱਜ ਆ ਉਹਦੀ ਕਿੰਨੀ ਹੈ? ਸਾਰੇ ਮੈਂ ਲੱਖ ਵਿੱਚ ਲਿਖ ਰਿਹਾ। ਤੇ ਬਾਕੀ ਦੀ ਤਨਖਾਹ ਕਿੰਨੀ ਹੈ? 2,50,000। ਬਾਕੀ ਦੇ ਜਿਹੜੇ ਜੱਜ ਹੋਣਗੇ ਸੁਪਰੀਮ ਕੋਰਟ ਦੇ, ਉਹਨੇ ਤਨਖਾਹ ਕਿੰਨੀ? 2,50,000। ਇੱਦਾਂ ਹੀ ਜਿਹੜੇ ਹਾਈ ਕੋਰਟ ਦਾ ਜੱਜ ਹੋਊਗਾ, ਇੱਕ ਮੁੱਖ ਹੋਊਗਾ ਚੀਫ ਜਸਟਿਸ, ਉਹਦੀ ਤਨਖਾਹ ਕਿੰਨੀ ਹੋਊਗੀ? 2,50,000। ਤੇ ਜਿਹੜੇ ਹੋਰ ਜੱਜ ਹੋਣਗੇ ਉਹਨੇ ਤਨਖਾਹ ਕਿੰਨੀ ਹੈ? 2,25,000। ਜਿਹੜਾ CAG ਆ ਉਹਦੀ ਤਨਖਾਹ ਵੀ ਕਿੰਨੀ ਹੈ? 2,50,000। ਤੇ AGI, ਅਟਾਰਨੀ ਜਨਰਲ ਆਫ ਇੰਡੀਆ, ਇਹਦੀ ਕਿੰਨੀ ਹੈ? 2,50,000। ECI ਕੀ ਹੈ? ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਇਹਦੀ ਤਨਖਾਹ ਕਿੰਨੀ ਹੈ? 2,50,000। ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾ, ਇਹਦੇ ਵਿੱਚ ਇੱਕ ਤਾਂ ਮੁੱਖ ਹੁੰਦਾ ਵਾ, 2 ਹੋਰ ਬੰਦੇ ਹੁੰਦੇ ਆ, ਉਹਨੂੰ ਕਹਿੰਦੇ ਆ ਕਮਿਸ਼ਨਰ, ਇਲੈਕਸ਼ਨ ਕਮਿਸ਼ਨਰ। ਜਿਹੜੀ ਉਹਨਾਂ ਦੋਵਾਂ ਦੀ ਤਨਖਾਹ ਕਿੰਨੀ ਹੁੰਦੀ ਹੈ? 2,25,000 ਹੁੰਦੀ ਹੈ। ਇਹ ਸਾਰੇ ਮੰਥਲੀ ਆ। ਤੇ ਜਿਹੜਾ ਮੈਂ ਪ੍ਰਾਈਮ ਮਿਨਿਸਟਰ ਦੀ ਲਿਖੀ ਹੈ ਉਹ ਕੀ ਹੈ? ਈਅਰਲੀ ਹੈ। ਹਾਂਜੀ, ਹੁਣ ਗੱਲ ਕਰਦੇ ਹਾਂ ਇਹ ਕਿਹੜੇ ਸਭ ਕੁਝ ਕੀ ਆ? ਦੂਸਰੀ ਸੂਚੀ ਵਿੱਚ ਆਪਾਂ E ਤੋਂ ਯਾਦ ਰੱਖਣ ਵਾਸਤੇ ਅਰਨਿੰਗ, ਹਾਂਜੀ, ਇਹਦੇ ਵਿੱਚ ਤਨਖਾਹਾਂ ਬਾਰੇ, ਭੱਤਿਆਂ ਬਾਰੇ, ਜਿੰਨੇ ਵੀ ਉਹਨਾਂ ਨੂੰ ਭੱਤੇ ਮਿਲਦੇ ਉਸ ਬਾਰੇ ਜ਼ਿਕਰ ਹੁੰਦਾ ਵਾ। ਹਾਂਜੀ, ਹੁਣ ਤੀਜੀ ਸੂਚੀ ਦੀ ਗੱਲ ਕਰਦੇ ਹਾਂ, ਅਫਰਮੇਸ਼ਨ ਓਥ। ਇਹ ਕੀ ਆ? ਓਥ ਆ। ਹਾਂਜੀ, ਮਤਲਬ ਇਹਦੇ ਵਿੱਚ ਸਹੁੰ ਜਿਹੜੇ ਕੋਈ ਕੌਣ ਖਵਾਉਂਦਾ, ਜਿਹੜੀ ਖਾਂਦੇ ਆ ਸਹੁੰ, ਉਹਦੀ ਕੀ ਵਾਰਡਿੰਗ ਹੋਊਗੀ, ਉਹ ਸਾਰੀ ਵਾਰਡਿੰਗ ਲਿਖੀ ਹੁੰਦੀ ਹੈ ਜਿਹਨੇ ਵੀ ਖਾਣੀ ਹੈ। ਯਾਨੀ ਕਿ ਜਦੋਂ ਅਹੁਦਾ ਮਿਲਦਾ ਉਦੋਂ ਬਾਅਦ ਸਹੁੰ ਖਵਾਈ ਜਾਂਦੀ, ਉਹਦੀ ਸਹੁੰ ਦੀ ਜਿਹੜੀ ਵਾਰਡਿੰਗ ਹੁੰਦੀ ਆ, ਫਾਰਮੇਸ਼ਨ, ਉਹਦੇ ਬਾਰੇ ਸਾਰਾ ਡਿਟੇਲ ਵਿੱਚ ਲਿਖਿਆ ਹੁੰਦਾ ਵੀ ਇਹ ਪ੍ਰਾਈਮ ਮਿਨਿਸਟਰ ਦੀ ਆ, ਉਹ ਦੀ ਵਾਰਡਿੰਗ ਆ, CAG ਦੀ ਆ ਵਾ, AGI ਦੀ ਆ ਵਾ। ਹਾਂਜੀ, ਇਹ ਕਿਹੜੀ ਸੂਚੀ 'ਚ ਆਉਂਦਾ? ਤੀਜੀ ਸੂਚੀ 'ਚ। ਤੇ ਜੇ ਆਪਾਂ ਗੱਲ ਸਹੁੰ ਦੀ ਕੀਤੀ ਹੈ ਤਾਂ ਆਪਾਂ ਗੱਲ ਵੀ ਕਰ ਲੈਂਦੇ, ਜਿਹੜੇ ਆਪਾਂ ਲਿਖੇ ਆ ਸੰਵਿਧਾਨਕ ਅਹੁਦਿਆਂ ਦੀ ਗੱਲ ਹੀ ਹੈ, ਇਹਨਾਂ ਨੂੰ ਕੌਣ ਸਹੁੰ ਖਵਾਉਂਦਾ ਵਾ, ਇਹ ਵੀ ਕੰਪੈਰੀਜ਼ਨ ਹੀ ਕਰ ਲੈਂਦੇ ਹਾਂ। ਹਾਂਜੀ, ਸਹੁੰ ਕੌਣ ਖਵਾਉਂਦਾ ਵਾ? ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਖਵਾਉਂਦਾ ਵਾ? CGI, ਮਤਲਬ ਕੀ ਹੈ? ਚੀਫ ਜਸਟਿਸ ਆਫ ਇੰਡੀਆ, ਯਾਨੀ ਕਿ ਸੁਪਰੀਮ ਕੋਰਟ ਦਾ ਮੁੱਖ ਜੱਜ ਆ ਜਿਹੜਾ, ਉਹ ਕੀ ਖਵਾਉਂਦਾ ਵਾ? ਸਹੁੰ ਕਿਹਨੂੰ ਖਵਾਉਂਦਾ ਵਾ? ਰਾਸ਼ਟਰਪਤੀ। ਹੁਣ ਗੱਲ ਕਰਦੇ ਹਾਂ ਵਾਈਸ ਪ੍ਰੈਜ਼ੀਡੈਂਟ ਦੀ, ਉਹਨੂੰ ਸਹੁੰ ਕੌਣ ਖਵਾਉਂਦਾ ਵਾ? ਹਾਂਜੀ, ਕੌਣ ਖਵਾਉਂਦਾ?
ਪ੍ਰੈਜ਼ੀਡੈਂਟ PM ਨੂੰ ਸਹੁੰ ਕੌਣ ਖਵਾਉਂਦਾ ਵਾ? ਪ੍ਰੈਜ਼ੀਡੈਂਟ। ਹਾਂਜੀ, ਜਿਹੜਾ ਲੋਕ ਸਭਾ ਦਾ ਸਪੀਕਰ ਆ ਉਹਦਾ ਕਈ ਵਾਰੀ ਆਪਾਂ ਨੂੰ ਡਾਊਟ ਪੈ ਜਾਂਦਾ, ਉਹਨੂੰ ਸਹੁੰ ਕੌਣ ਖਵਾਉਂਦਾ? ਉਹ ਆਪਣੇ ਆਪ ਹੀ ਸਹੁੰ ਖਾਂਦਾ। ਇੱਥੇ ਯਾਨੀ ਕਿ ਥੋੜ੍ਹਾ ਜਿਹਾ ਇਹਦੇ ਲਿਖਿਆ ਪੈ ਜਾਂਦਾ, ਲੋਕ ਸਭਾ ਦਾ ਸਪੀਕਰ ਉਹਨੂੰ ਸਹੁੰ ਕੌਣ ਖਵਾਉਂਦਾ ਵਾ? ਉਹ ਸਹੁੰ ਆਪਣੇ ਆਪ ਹੀ ਖਾਂਦਾ ਵਾ। ਹਾਂਜੀ, ਜਿਹੜਾ ਸੁਪਰੀਮ ਕੋਰਟ ਦਾ ਜੱਜ ਆ ਜਾਂ ਹਾਈ ਕੋਰਟ ਦੇ ਜਿਹੜੇ ਭਾਵੇਂ ਮੁੱਖ ਆ ਭਾਵੇਂ ਦੂਸਰੇ ਜੱਜ ਆ, ਉਹਨਾਂ ਦੀ ਵੀ ਕੌਣ ਖਵਾਉਂਦਾ? ਉਹਨਾਂ ਨੂੰ ਸਹੁੰ ਕੌਣ ਖਵਾਉਂਦਾ ਵਾ? ਪ੍ਰੈਜ਼ੀਡੈਂਟ। ਇੱਦਾਂ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਜਿਹੜੇ ਦੂਜੇ ਦੋ ਕਮਿਸ਼ਨਰ ਆ AGI ਆ, CAG ਆ, ਇਹਨਾਂ ਸਾਰਿਆਂ ਨੂੰ ਵੀ ਸਹੁੰ ਕੌਣ ਖਵਾਉਂਦਾ ਵਾ? ਹਾਂਜੀ, ਪ੍ਰੈਜ਼ੀਡੈਂਟ ਖਵਾਉਂਦਾ। ਤੇ ਜਿਹੜਾ ਗਵਰਨਰ ਆ, ਜਿੱਦਾਂ ਇੱਥੇ ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਖਵਾਉਂਦਾ ਵਾ? ਚੀਫ ਜਸਟਿਸ ਆਫ ਇੰਡੀਆ ਖਵਾਉਂਦਾ ਵਾ, ਸੁਪਰੀਮ ਕੋਰਟ ਦਾ ਮੁੱਖ ਜੱਜ ਖਵਾਉਂਦਾ। ਇੱਦਾਂ ਹੀ ਗਵਰਨਰ ਨੂੰ ਸਹੁੰ ਕੌਣ ਖਵਾਉਂਦਾ ਵਾ? ਹਾਂਜੀ, ਚੀਫ ਜਸਟਿਸ ਆਫ ਸੁਪਰੀਮ ਕੋਰਟ। ਉਹ ਸਟੇਟ ਦਾ ਜਿਹੜਾ ਸੰਬੰਧਿਤ ਹਾਈ ਕੋਰਟ, ਉਸ ਸਟੇਟ ਦਾ ਜਿਹੜਾ ਸੰਬੰਧਿਤ ਹਾਈ ਕੋਰਟ ਹੁੰਦਾ, ਉਹਦਾ ਜਿਹੜਾ ਚੀਫ ਜਸਟਿਸ ਆ ਉਹ ਖਵਾਉਂਦਾ। ਉਹਨੂੰ ਕੌਣ ਖਵਾਉਂਦਾ ਵਾ? ਚੀਫ ਜਸਟਿਸ ਆਫ ਜਿਹੜਾ ਵੀ ਸੰਬੰਧਿਤ ਹਾਈ ਕੋਰਟ ਹੋਊਗਾ, ਹਾਂਜੀ ਉਹ ਕਹੂਗਾ। ਤੇ ਵੈਸੇ ਸ਼ਡਿਊਲ ਸੂਚੀਆਂ ਤੋਂ ਹਟ ਕੇ ਸੀਗਾ ਕੁਐਸਚਨ ਜਦੋਂ ਆਪਾਂ ਗੱਲ ਕਰ ਲਈ, ਤੇ ਇੱਥੇ ਥੋੜ੍ਹਾ ਜਿਹਾ ਹੋਰ ਵੀ ਫਿਰ ਕਰ ਲੈਂਦੇ ਹਾਂ ਇਹਨਾਂ ਨੂੰ। ਇੱਕ ਕਈ ਵਾਰ ਕੁਐਸਚਨ ਆ ਜਾਂਦਾ ਤਨਖਾਹ ਦਾ ਆ ਜਾਂਦਾ, ਸਹੁੰ ਕੌਣ ਖਵਾਉਂਦਾ? ਇੱਕ ਹੋਰ ਕੁਐਸਚਨ ਆ ਸਕਦਾ ਹੁੰਦਾ ਪੋਲੀਟੀਕਲ ਸਾਇੰਸ ਵਿੱਚ ਵੀ ਇਹਨਾਂ ਨੂੰ ਇਹ ਅਸਤੀਫਾ ਕਿਹਨੂੰ ਦੇਣਗੇ? ਜਿਹੜਾ ਪ੍ਰੈਜ਼ੀਡੈਂਟ ਆ ਉਹ ਕਿਹਨੂੰ ਅਸਤੀਫਾ ਦੇਊਗਾ? ਸਹੁੰ ਖਵਾਉਂਦਾ ਹੈਗਾ ਚੀਫ ਜਸਟਿਸ ਆਫ ਇੰਡੀਆ। ਪਰ ਇਹ ਜਿਹੜਾ ਇਹ ਸਹੁੰ ਦਾ ਕੇਸ ਸੀਗਾ, ਇਹ ਮੈਂ ਹੁਣ ਕਿਹੜਾ ਲਿਖ ਰਿਹਾ, ਅਸਤੀਫਾ ਕਿਹਨੂੰ ਦਊਗਾ? ਹਾਂਜੀ, ਜਿਹੜਾ ਪ੍ਰੈਜ਼ੀਡੈਂਟ ਆ ਉਹ ਕਿਹਨੂੰ ਅਸਤੀਫਾ ਦਊਗਾ? ਵਾਈਸ ਪ੍ਰੈਜ਼ੀਡੈਂਟ ਨੂੰ ਦਊਗਾ ਅਸਤੀਫਾ। ਤੇ ਵਾਈਸ ਪ੍ਰੈਜ਼ੀਡੈਂਟ ਜਾਂ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਿਹਨੂੰ ਅਸਤੀਫਾ ਦਊਗਾ? ਇਹ ਵੀ ਕਿਹਨੂੰ ਦਊਗਾ? ਪ੍ਰੈਜ਼ੀਡੈਂਟ ਨੂੰ। ਯਾਨੀ ਕਿ ਬਾਕੀ ਜ਼ਿਆਦਾਤਰ ਨੇ ਕਿਹਨੂੰ ਅਸਤੀਫਾ ਦੇਣਾ ਵਾ? ਪ੍ਰੈਜ਼ੀਡੈਂਟ ਨੂੰ ਦੇਣਾ। ਸੁਪਰੀਮ ਕੋਰਟ ਦਾ ਜੱਜ, ਹਾਈ ਕੋਰਟ ਦੇ ਵੀ ਜੱਜ ਜਿੰਨੇ ਵੀ ਆ, ਇਲੈਕਸ਼ਨ ਕਮਿਸ਼ਨਰ ਆਫ ਇੰਡੀਆ, ਜਿਹੜੇ ਦੋ ਕਮਿਸ਼ਨਰ ਰਹਿ ਗਏ AGI CAG, ਜਾਂ ਕੋਈ ਵੀ ਗਵਰਨਰ, ਸਾਰੇ ਦੇ ਸਾਰੇ ਕਿਹਨੂੰ ਅਸਤੀਫਾ ਦੇਣਗੇ? ਸਾਰੇ ਦੇ ਸਾਰੇ ਆਹ ਜਿਹੜੇ ਆ ਪ੍ਰੈਜ਼ੀਡੈਂਟ ਨੂੰ ਅਸਤੀਫਾ ਦੇਣਗੇ। ਠੀਕ ਹੈ, ਪ੍ਰੈਜ਼ੀਡੈਂਟ ਕਿਹਨੂੰ ਦਊ ਅਸਤੀਫਾ? ਵਾਈਸ ਪ੍ਰੈਜ਼ੀਡੈਂਟ ਨੂੰ। ਤੇ ਜਿਹੜਾ ਸਪੀਕਰ ਆ ਉਹ ਕਿਹਨੂੰ ਅਸਤੀਫਾ ਦਊਗਾ? ਇੱਥੇ ਫਰਕ ਆ, ਇਹਦੀ ਉਸ ਦਾ ਵੀ ਫਰਕ ਸੀਗਾ। ਇਹ ਕਿਹਨੂੰ ਅਸਤੀਫਾ ਦਊਗਾ? ਡਿਪਟੀ ਸਪੀਕਰ। ਹਾਂਜੀ, ਨੋਟ ਕਰ ਲੈਣਾ, ਯਾਨੀ ਕਿ ਸਾਰੀ ਹੋਈ ਪੋਲੀਟੀਕਲ ਆਪਾਂ ਇੱਥੇ ਥੋੜ੍ਹੇ ਜਿਹੇ ਚੀਜ਼ ਕਰਤੀ, ਸਾਰੇ ਆਪਾਂ ਉਹਦੇ ਇਕੱਠੇ ਹੀ ਲੈ ਲਏ। ਹਾਂਜੀ, ਫਿਰ ਗੱਲ ਉੱਥੇ ਆਉਂਦੀ ਆ। ਪਹਿਲੀ ਜਿਹੜੀ ਸੀਗੀ ਉਹਦੇ ਵਿੱਚ ਕੀ ਆ, ਸਾਰੇ ਰਾਜਾਂ ਦੇ ਕਿੰਨੇ ਸਟੇਟ ਆ ਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਉਹਦੇ ਬਾਰੇ ਗੱਲ ਹੋਊ। ਦੂਜੀ ਸੂਚੀ ਵਿੱਚ ਕੀ ਹੋਊ? ਅਨੁਸੂਚੀ ਵਿੱਚ ਉਹਨਾਂ ਦੇ ਤਨਖਾਹਾਂ ਭੱਤਿਆਂ ਬਾਰੇ ਗੱਲ ਹੋਊ। ਤੀਜੀ ਵਿੱਚ ਸਹੁੰ ਦਾ ਵੇਰਵਾ ਹੋਊਗਾ, ਵੀ ਸਹੁੰ ਦਾ ਵਾਰਡਿੰਗ ਲਿਖੀ ਹੋਊਗੀ। ਹੁਣ ਆਪਾਂ ਚੌਥੀ ਸੂਚੀ 'ਤੇ ਪਹੁੰਚਦੇ ਹਾਂ। ਹਾਂਜੀ, ਇਹ ਨੋਟ ਕਰ ਲਓ ਤੁਸੀਂ, ਤੇ ਜਾਂ ਸਕਰੀਨਸ਼ਾਟ ਲੈ ਕੇ, ਯਾਨੀ ਕਿ ਨੋਟ ਕਰਨਾ ਹੀ ਚਾਹੀਦਾ ਤੁਹਾਨੂੰ। ਹਾਂਜੀ, ਚੌਥੀ ਆ ਗਈ। ਆਪਾਂ ਕੁਐਸਚਨ ਉਹੀ ਡਿਸਕਸ ਕਰ ਰਹੇ ਹਾਂ ਜਿਹੜੇ ਪੇਪਰ ਵਿੱਚ ਆਉਂਦੇ ਆ, ਮੋਸਟ ਇੰਪੋਰਟੈਂਟ ਆ ਜਿਹੜੇ। ਹਾਂਜੀ, ਚੌਥੀ ਸੂਚੀ ਕਿਹੜੀ ਹੈ? ਹਾਂਜੀ, ਟ੍ਰਿਕ ਤੋਂ, ਯਾਨੀ ਕਿ ਜੇ ਨਹੀਂ ਵੀ ਪਤਾ ਲੱਗਦਾ, ਚੌਥੀ ਸੂਚੀ ਆਪਾਂ, ਤੇ ਉਹੀ ਗੱਲ TEAR ਆ ਗਈ। R ਤੋਂ ਭਾਵ ਕੀ ਹੈ? ਰਾਜ ਸਭਾ। ਹਾਂਜੀ, ਇਹਦੇ ਵਿੱਚ ਕੀ ਹੈ? ਰਾਜ ਸਭਾ ਸੀਟਸ ਬਾਰੇ, ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਵਾ, ਹਾਂਜੀ ਉਹਨਾਂ ਬਾਰੇ, ਕਿਹੜੀ ਸਟੇਟ ਨੂੰ ਕਿੰਨੀਆਂ ਸੀਟਾਂ ਹੋਣਗੀਆਂ, ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕਿੰਨੀਆਂ ਸੀਟਾਂ ਹੋਣਗੀਆਂ ਰਾਜ ਸਭਾ ਦੀਆਂ, ਇਸ ਬਾਰੇ ਡਿਸਕਸ ਆ। ਹਾਂਜੀ, ਫਿਰ ਇਹਦੇ ਨਾਲ ਵੀ ਸੰਬੰਧਿਤ ਦੇਖ ਹੀ ਲਈਏ ਕੁਐਸਚਨ ਕਿ ਆਪਣੀਆਂ ਕੁੱਲ ਸੀਟਾਂ ਕਿੰਨੀਆਂ ਵਾ? 233 + 12, ਜਿਹੜੀਆਂ 12 ਵਾ ਇਹ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੀਆਂ ਜਾਂਦੀਆਂ। ਕਲਾ, ਸਾਹਿਤ, ਸਾਇੰਸ, ਇਟਸਟਾ ਉਹਨਾਂ ਦੇ ਨਾਲ ਸੰਬੰਧਿਤ ਵਿਅਕਤੀਆਂ ਨੂੰ। ਜਿਹੜਾ 233 ਸੀਟਾਂ ਵਾ ਇਹ ਕਿਹੜੀਆਂ ਵਾ? ਇਹ ਰਾਜਾਂ ਜਾਂ ਯੂਟੀ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਆਉਂਦੀਆਂ। ਕਿਹੜੀਆਂ? ਜਿੱਦਾਂ ਦਿੱਲੀ ਤੇ ਪੁਡੂਚੇਰੀ, ਇਹਨਾਂ ਵਿੱਚੋਂ ਵੀ ਜਿਹੜੇ ਕਿ ਚੁਣ ਕੇ ਬੰਦੇ ਆਉਂਦੇ। ਕੌਣ ਚੁਣਦਾ? ਉਹਨਾਂ ਰਾਜਾਂ ਜਾਂ ਯੂਟੀ ਦੇ ਸੰਬੰਧਿਤ MLA। ਕੌਣ ਚੁਣਦਾ ਇਹਨਾਂ ਨੂੰ?
MLA ਇਹਨਾਂ ਰਾਜਾਂ ਦੇ। ਹਾਂਜੀ, ਇਹ ਕਿੰਨੀਆਂ ਕੁੱਲ ਸੀਟਾਂ ਕਿੰਨੀਆਂ ਹੋ ਗਈਆਂ? ਇਹ ਤਾਂ MLA ਚੁਣਦੇ ਆ, ਤੇ ਇਹ 12 ਕੀ ਕਰਦੇ ਚੁਣਦਾ ਵਾ ਕੌਣ? ਪ੍ਰੈਜ਼ੀਡੈਂਟ। ਹਾਂਜੀ, ਕੁੱਲ ਕਿੰਨੇ ਹੋ ਗਏ ਫਿਰ? 245। ਇਹ ਯਾਦ ਰੱਖਣੇ ਆ। ਤੇ ਰਾਸ਼ਟਰੀ ਸਭਾ ਸੀਟਾਂ ਦੀ ਗੱਲ ਹੋਈ, ਆਪਾਂ ਪੰਜਾਬ ਦੀਆਂ ਯਾਦ ਕਰ ਲੈਂਦੇ ਹਾਂ। ਪੰਜਾਬ ਦੀਆਂ ਪਤਾ ਹੋਣਗੀਆਂ ਇਹਨਾਂ ਨੂੰ ਤੁਹਾਨੂੰ ਕਿੰਨੀਆਂ ਸੀਟਾਂ ਹੁੰਦੀਆਂ ਰਾਜ ਸਭਾ ਦੀਆਂ? 7। ਹਾਂਜੀ, ਰਾਜ ਸਭਾ ਦੀਆਂ ਪੰਜਾਬ ਦੀਆਂ ਕਿੰਨੀਆਂ ਸੀਟਾਂ ਵਾ? 7। ਜਦੋਂ ਗੱਲ ਹੁਣ ਪੰਜਾਬ ਦੀ ਹੋਈ ਆ ਤਾਂ ਗੱਲ ਭਾਵੇਂ ਰਾਜ ਸਭਾ ਦੀ ਚੱਲਦੀ ਆ, ਆਪਾਂ ਲੋਕ ਸਭਾ ਸੀਟਾਂ ਦੀ ਵੀ ਗੱਲ ਕਰ ਲੈਂਦੇ ਹਾਂ। ਲੋਕ ਸਭਾ ਸੀਟਾਂ ਪੰਜਾਬ ਦੀਆਂ ਕਿੰਨੀਆਂ? ਪੰਜਾਬ ਵਿੱਚੋਂ ਕਿੰਨੀਆਂ? 13। ਤੇ ਇਹ ਕਿਹੜੀਆਂ ਲੋਕ ਸਭਾ? ਕੇਵਲ ਪੰਜਾਬ ਦੀ ਗੱਲ ਕਰਾਂਗੇ। ਹਾਂਜੀ, ਵਿਧਾਨ ਸਭਾ 'ਚ ਕਿੰਨੀਆਂ ਹੁੰਦੀਆਂ? 117। ਹਾਂਜੀ, ਰਾਜ ਸਭਾ ਬਾਰੇ ਥੋੜ੍ਹੀ ਜਿਹੀ ਗੱਲ ਹੋਰ ਕਰ ਲੈਂਦੇ ਹਾਂ। ਜਿਹੜਾ ਰਾਜ ਸਭਾ ਹੁੰਦੀ ਆ ਉਹਨੂੰ ਅਸੀਂ ਕੀ ਕਹਿੰਦੇ ਹਾਂ? ਉਹਨੂੰ ਸੈਕੰਡ ਚੈਂਬਰ ਦਾ ਨਾਮ ਵੀ ਦੇ ਦਿੰਦਾ। ਵੀ ਕਈ ਵਾਰੀ ਕੁਐਸਚਨ ਕੀ ਆ ਸਕਦਾ, ਰਾਜ ਸਭਾ ਦੇ ਕਿਹੜੇ ਕਿਹੜੇ ਨਾਮ ਆ? ਕੀ ਆ? ਸੈਕੰਡ ਚੈਂਬਰ ਵੀ ਕਹਿ ਦਿੰਦੇ ਆ। ਇੱਕ ਹਾਊਸ ਆਫ, ਇਹਦਾ ਦੂਸਰਾ ਨਾਂ ਕੀ ਆ? ਹਾਊਸ ਆਫ ਐਲਡਰ ਪੀਪਲ। ਐਲਡਰ ਪੀਪਲ ਕਾਹਤੋਂ ਕਹਿੰਦੇ ਆ? ਕਿਉਂਕਿ ਰਾਜ ਸਭਾ ਦੇ ਵਿੱਚ ਜਿਹੜਾ ਚੁਣਨ ਵਾਸਤੇ ਦਾ MP ਹੋਣ ਵਾਸਤੇ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? 30 ਸਾਲ ਹੋਣੀ ਚਾਹੀਦੀ ਹੈ। ਤੇ ਲੋਕ ਸਭਾ ਵਿੱਚ ਇਹ ਉਮਰ ਕਿੰਨੀ ਹੈ? 25। ਤੇ ਇਹਨੂੰ ਕੀ ਕਹਿੰਦਾ? ਹਾਊਸ ਆਫ ਐਲਡਰ ਪੀਪਲ। ਇਨ ਕੰਪੈਰੀਜ਼ਨ ਉਦੋਂ ਵੱਧ ਉਮਰ ਦੇ ਲੋਕ ਹੁੰਦੇ ਆ ਇੱਥੇ। ਹਾਂਜੀ, ਹੋਰ ਇਹਨੂੰ ਕੀ ਕਹਿੰਦੇ? ਪਰਮਾਨੈਂਟ ਹਾਊਸ। ਕੀ ਕਹਿੰਦੇ ਆ? ਪਰਮਾਨੈਂਟ ਹਾਊਸ। ਪਰਮਾਨੈਂਟ ਹਾਊਸ ਕਾਹਤੋਂ? ਕਿਉਂਕਿ ਇਹ ਹਾਊਸ ਆ ਕਦੇ ਵੀ ਭੰਗ ਨਹੀਂ ਹੁੰਦਾ। ਹਰੇਕ 2 ਸਾਲ ਬਾਅਦ, ਯਾਨੀ ਕਿ ਇਹਨਾਂ ਦੇ ਮੈਂਬਰ 1/3 ਜਿਹੜਾ 1/3 ਮੈਂਬਰ ਆ ਉਹ ਚੇਂਜ ਹੁੰਦੇ ਰਹਿੰਦੇ ਆ। ਯਾਨੀ ਕਿ ਇਹ ਕਦੇ ਵੀ ਭੰਗ ਨਹੀਂ ਹੁੰਦਾ। ਹੋਰ ਇਹਦਾ ਨਾਂ ਕੀ ਆ? ਜਿਹੜਾ ਰਾਜ ਸਭਾ ਦਾ ਨਾਂ, ਇਹਨੂੰ ਕਹਿੰਦੇ ਅਪਰ ਹਾਊਸ। ਹੋਰ ਕੀ ਕਹਿੰਦੇ ਆ? ਅਪਰ ਹਾਊਸ। ਯਾਨੀ ਕਿ ਸਾਰੀ ਰਾਜ ਸਭਾ ਦੇ ਨਾਮ ਆ। ਫਸਟ ਚੈਂਬਰ ਫਿਰ ਲੋਕ ਸਭਾ ਹੋ ਜੂਗੀ। ਹਾਊਸ ਆਫ ਐਲਡਰ ਉਹ ਯੰਗਰ ਹੋ ਜੂ। ਇਹ ਪਰਮਾਨੈਂਟ ਹਾਊਸ ਆ। ਤੇ ਇਹ ਅਪਰ ਹਾਊਸ ਆ, ਉਹ ਕੀ ਹੋ ਜੂਗਾ? ਲੋਅਰ ਹਾਊਸ। ਹਾਂਜੀ, ਕੁਛ ਸੀਗਾ ਥੋੜ੍ਹਾ ਜਿਹਾ ਤੋਂ ਹਟ ਕੇ ਇਹ ਸੂਚੀਆਂ ਤੋਂ। ਹਾਂਜੀ, ਇਸ ਤੋਂ ਬਾਅਦ ਹੁਣ ਆਪਾਂ 5ਵੀਂ ਸੂਚੀ ਤੇ ਜਾਂਦੇ ਹਾਂ। ਹਾਂਜੀ, 5ਵੀਂ ਸੂਚੀ ਕੀ ਹੈ? ਹਾਂਜੀ, ਸ਼ਡਿਊਲਡ ਏਰੀਆ। ਹਾਂਜੀ, ਜਿਹੜੇ ਸ਼ਡਿਊਲਡ ਜਾਂ ਸ਼ਡਿਊਲਡ ਟ੍ਰਾਈਬਲ ਹੁੰਦੇ ਆ ਉਹਨਾਂ ਨਾਲ ਸੰਬੰਧਿਤ ਆ। ਸਾਰੇ ਇੰਡੀਆ ਦੇ ਵਿੱਚ ਐਡਮਿਨਿਸਟ੍ਰੇਸ਼ਨ ਜਿਹੜਾ ਪ੍ਰਸ਼ਾਸਨ ਹੁੰਦਾ ਵਾ ਉਹਦੇ ਨਾਲ ਸੰਬੰਧਿਤ ਸ਼ਡਿਊਲਡ ਏਰੀਆ ਦੇ ਵਿੱਚ ਇਨ ਆਲ ਓਵਰ ਇੰਡੀਆ। ਹਾਂਜੀ, ਉਹਦੇ ਬਾਰੇ ਗੱਲ ਕੀਤੀ ਗਈ ਹੈ ਇਹਦੇ ਵਿੱਚ 3ਵੀਂ ਸੂਚੀ ਵਿੱਚ। 5ਵੀਂ ਸੂਚੀ ਵਿੱਚ, 6ਵੀਂ ਸੂਚੀ ਵਿੱਚ ਨਾਲ ਹੀ ਦੇਖੋ, ਇੱਥੇ ਸ਼ਡਿਊਲਡ ਏਰੀਆ, ਇੱਥੇ ਅਦਰ ਸ਼ਡਿਊਲਡ ਏਰੀਆ। ਇਹਦੇ ਵਿੱਚ ਵੀ ਜਿਹੜੀ ਹੈ ਕੀ ਆ? ਇਸ ਜਿਹੜਾ ਸ਼ਡਿਊਲਡ SC ਤੇ ST ਬਾਰੇ ਹੀ ਹੈ, ਪਰ ਇੱਥੇ ਜ਼ਿਆਦਾ ਕੀ ਹੈ? ਇੱਥੇ ST ਬਾਰੇ ਹੀ ਹੈ। ਸਾਰੇ ਇੰਡੀਆ ਦੇ ਵਿੱਚ ਨਾ ਹੋ ਕੇ ਜਿਹੜਾ ਨਾਰਥ ਈਸਟ ਜਿਹੜੇ ਇੱਥੇ ਸਟੇਟ ਆਉਂਦੇ ਆ ਉਹਨਾਂ ਦੇ ਪ੍ਰਸ਼ਾਸਨ ਵਿੱਚ ਜਿਹੜਾ ਉਹਨਾਂ ਬਾਰੇ ਗੱਲ ਕੀਤੀ ਗਈ ਹੈ। ਕਿਹੜੇ ਕਿਹੜੇ ਉਹ ਸਟੇਟ, ਉਹ ਵੀ ਯਾਦ ਰੱਖਣੇ ਆ। ਉਹਦੇ ਵਾਸਤੇ ਵੀ ਇੱਕ ਟ੍ਰਿਕ ਆ। ਇਹ ਸ਼ਡਿਊਲਡ ਏਰੀਆ ਜਿਹੜੇ ਵਾ SC ST ਸਾਰੇ ਇੰਡੀਆ ਦੇ ਵਿੱਚ, ਇੱਥੇ ST ਕਾਹਦੇ ਵਿੱਚ ਹੈ? ਇਕੱਲੇ ਨਾਰਥ ਈਸਟ ਇੰਡੀਆ ਦੇ। ਕਿਹੜੇ ਕਿਹੜੇ ਸਟੇਟ ਆ ਉਹ ਯਾਦ ਰੱਖਣੇ ਆ। ਉਹਦੇ ਵਾਸਤੇ ਵੀ ਇੱਕ ਟ੍ਰਿਕ ਆ ਮੇਰੇ ਆਰ ਨੂੰ ਅੱਜ ਸਾਇਲੈਂਟ ਆ ਮੇ ਮਿੱਤਰ ਨੂੰ ਆ ਬੜਾ ਵਧੀਆ ਗੱਲ ਆ ਹਿੰਦੀ ਚ ਪਾ ਲਓ। ਕੀ ਹੈ? ਹਾਂਜੀ, ਕਿਹੜੇ ਕਿਹੜੇ ਸਟੇਟ ਬਣੇਗੇ? ਆ ਤੋਂ ਭਾਵ ਵੈਸੇ ਤੁਹਾਨੂੰ ਪਤਾ ਨਾਰਥ ਈਸਟ ਵਿੱਚ ਕਿਹੜੇ ਕਿਹੜੇ ਸਟੇਟ ਹੁੰਦੇ ਆ। ਹਾਂਜੀ, 7 ਹੁੰਦੇ ਆ। ਇੱਥੇ ਕਿਹੜੇ ਕਿਹੜੇ? ਆ ਤੋਂ ਭਾਵ ਅਸਾਮ, ਤੋਂ ਬਾਅਦ ਮੇਘਾਲਿਆ। ਹਾਂਜੀ, ਚੰਗੀ ਤਰ੍ਹਾਂ ਲੈ ਲੈਣਾ ਤੁਸੀਂ। ਆ ਕੀ ਹੈ? ਮਿਜ਼ੋਰਮ। ਤੇ ਆ ਕੀ ਹੈ? ਤ੍ਰਿਪੁਰਾ।
ਕਿਹੜੇ ਆ ਤਿੰਨ, ਯਾਨੀ ਕਿ ਇਹਦੇ ਵਿੱਚ ਇਹ 4 ਸਟੇਟਸ ਦੀ ਗੱਲ ਕੀਤੀ ਗਈ ਹੈ ਇਹਨਾਂ ਦੇ ਪ੍ਰਸ਼ਾਸਨ ਬਾਰੇ। ਹਾਂਜੀ, ਹੁਣ 7ਵਾਂ ਆ ਗਿਆ ਫੈਡਰਲ ਸਿਸਟਮ। ਇਹ ਕੀ ਆ? ਜਿਹੜਾ ਫੈਡਰਲ ਸਿਸਟਮ ਆ ਇਹ ਕੀ ਆ? ਇਹਦੇ ਵਿੱਚ ਪਾਵਰਾਂ ਦੀ ਡਿਸਟ੍ਰੀਬਿਊਸ਼ਨ ਆ, ਵੀ ਕਿਹੜੀ ਪਾਵਰ ਕਿਹਦੇ ਕੋਲੇ ਜਾਣੀ ਆ, ਕਿਹਦੇ ਕੋਲ ਮਤਲਬ ਪਾਵਰ ਜਿਹੜੀ ਆ ਉਹ ਸਟੇਟ ਕੋਲੇ ਜਾਣੀ ਆ। ਡਿਸਟ੍ਰੀਬਿਊਸ਼ਨ ਆਫ ਪਾਵਰ ਕਿਹਦੇ ਨਾਲ? ਇੱਕ ਤਾਂ ਸਟੇਟ ਜਾਂ ਸੈਂਟਰ, ਵੀ ਕਿਸੇ ਵੀ ਸਬਜੈਕਟ ਦੀ, ਜਿੱਦਾਂ ਆਪਾਂ ਰੇਲਾਂ ਦੀ ਕਹਿ ਦਈਏ ਵੀ ਰੇਲਾਂ ਨਾਲ ਸੰਬੰਧਿਤ ਪਾਵਰ ਆ ਜਿਹੜੀ ਉਹ ਸਟੇਟ ਕੋਲੇ ਜਾਊ ਕਿ ਸੈਂਟਰ ਕੋਲੇ ਜਾਊ। ਯਾਨੀ ਕਿ ਰੇਲਾਂ ਨਾਲ ਸੰਬੰਧਿਤ ਜੇ ਕਾਨੂੰਨ ਬਣਾਉਣੇ ਹੋਣ ਕੌਣ ਬਣਾ ਸਕਦਾ? ਸਟੇਟ ਬਣਾ ਸਕਦੀ ਹੈ ਕਿ ਸੈਂਟਰ ਬਣਾ ਸਕਦੀ ਹੈ ਕਿ ਦੋਨੇ ਬਣਾ ਸਕਦੀ ਹੈ। ਹਾਂਜੀ, ਇਸ ਵਿੱਚ ਯਾਨੀ ਕਿ ਸੂਚੀਆਂ ਦਿੱਤੀਆਂ ਹੋਈਆਂ ਵੀ ਕਿਹੜੇ ਕਿਹੜੇ ਸਬਜੈਕਟ ਸਟੇਟ ਦੇ ਅੰਡਰ ਆਉਂਦੇ ਆ, ਕਿਹੜੇ ਕਿਹੜੇ ਸਬਜੈਕਟ ਸੈਂਟਰ ਦੇ ਅੰਡਰ ਆਉਂਦੇ ਆ, ਕਿਹੜੇ ਦੋਨਾਂ ਦੇ ਅੰਡਰ ਆਉਂਦੇ ਆ। ਕਿਹੜੇ ਕੀ ਆਉਂਦੇ ਆ? ਦੋਨਾਂ ਦੇ ਅੰਡਰ ਆਉਂਦੇ ਆ। ਕਿੰਨੇ ਸਬਜੈਕਟ ਆ ਜਿਹੜੇ ਸਟੇਟ ਦੇ ਅੰਦਰ ਆਉਂਦੇ ਆ? ਇਹਦੇ ਵਿੱਚ ਸਭ ਕੁਝ ਲਿਖਿਆ ਹੋਇਆ। ਇਹਦੇ ਵਿੱਚ ਜਿਹੜੀ ਇਹ 7ਵੀਂ ਸੂਚੀ ਆ। ਹਾਂਜੀ, ਸਟੇਟ ਦੇ ਅੰਡਰ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿੰਨੇ ਸਬਜੈਕਟ ਆਉਂਦੇ ਆ। 100 ਸਬਜੈਕਟ ਆਉਂਦੇ ਆ। ਸੌਰੀ, ਸੈਂਟਰ ਦੇ ਵਿੱਚ ਕਿੰਨੇ ਆਉਂਦੇ ਆ? 100। ਤੇ ਜਿਹੜੇ ਸਟੇਟ ਦੇ ਵਿੱਚ ਆਉਂਦੇ ਆ, ਸਟੇਟ ਦੇ ਅੰਡਰ ਆਉਂਦੇ ਆ, ਉਹ ਕਿੰਨੇ ਆ? 61। ਤੇ ਜਿਹੜੇ ਦੋਨਾਂ ਦੇ ਵਿੱਚ ਕਿੰਨੇ ਆਉਂਦੇ ਆ? 52। ਕਿੰਨੇ ਆਉਂਦੇ ਆ? 52। ਹਾਂਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਕੁਝ ਵੈਸੇ ਇਹ ਲਿਸਟ ਮਾੜੀ ਮੋਟੀ ਜਿਹੜੇ ਇੰਪੋਰਟੈਂਟ ਆ ਉਹਨਾਂ ਬਾਰੇ ਪਤਾ ਹੋਵੇ। ਜਿੱਦਾਂ ਸੈਂਟਰ ਵਿੱਚ ਕਿਹੜੇ ਕਿਹੜੇ ਸਬਜੈਕਟ ਆਉਂਦੇ ਆ? ਡਿਫੈਂਸ ਕਿਹੜੇ ਕਿਹੜੇ ਆਉਂਦੇ ਆ? ਡਿਫੈਂਸ ਸੰਬੰਧੀ ਕੋਈ ਵੀ ਕਾਨੂੰਨ ਬਣਾਉਣਾ ਹੋਵੇ ਕੌਣ ਬਣਾਊਗਾ? ਸੈਂਟਰ ਬਣਾਊਗਾ। ਰੇਲਾਂ, ਹਾਈਵੇ, ਠੀਕ ਹੈ, ਹਾਈਵੇ ਸੰਬੰਧੀ ਕੋਈ ਵੀ ਕਾਨੂੰਨ ਬਣਾਊਗਾ ਕੌਣ ਬਣਾਊਗਾ? ਕਰੰਸੀ। ਇਹ ਕਾਨੂੰਨ ਸਾਰੇ ਸਬਜੈਕਟ ਕਾਹਦੇ ਆ? ਇਹ ਸੈਂਟਰ ਦੀ ਨਾ। ਹਾਂਜੀ, ਇੱਦਾਂ ਹੀ ਜਿਹੜੇ ਕਨਕਰੈਂਟ ਲਿਸਟ ਕਹਿੰਦੇ ਆ, ਸਮਵਰਤੀ ਸੂਚੀ, ਜਿਹੜੇ ਦੋਨਾਂ ਦੀ ਹੁੰਦੀ ਆ ਸਮਵਰਤੀ ਸੂਚੀ ਕਹਿ ਦਿੰਦੇ ਆ, ਕਨਕਰੈਂਟ ਲਿਸਟ। ਇਹਦੇ ਵਿੱਚ ਕਿੰਨੇ? 52 ਸਬਜੈਕਟ ਆ। ਕੁਝ ਮੈਂ ਸਬਜੈਕਟਾਂ ਦੀ ਗੱਲ ਕਰ ਦਿੰਦਾ ਇੱਥੇ। ਜਿਹੜੀ ਐਜੂਕੇਸ਼ਨ ਆ, ਸਿੱਖਿਆ ਵਾ, ਯਾਨੀ ਕਿ ਸਿੱਖਿਆ ਨਾਲ ਸੰਬੰਧਿਤ ਦੋਨੇ ਕਾਨੂੰਨ ਬਣਾ ਸਕਦੇ ਆ, ਸੈਂਟਰ ਵੀ ਤੇ ਸਟੇਟ ਵੀ। ਹੋਰ ਫੋਰੈਸਟ, ਜੰਗਲਾਂ ਸੰਬੰਧੀ ਕਾਨੂੰਨ ਵੀ ਕੀ ਬਣਾ ਸਕਦੇ? ਦੋਨੇ। ਪਰ ਜੇ ਕਿਸੇ ਕਾਨੂੰਨ ਦੇ ਵਿੱਚ ਯਾਨੀ ਕਿ ਸਟੇਟ ਤੇ ਸੈਂਟਰ ਦੀ ਕੰਟਰਡਿਕਸ਼ਨ ਹੋ ਜਾਵੇ ਤੇ ਫਿਰ ਜਿਹੜੀ ਕਿ ਉਲਟ ਇੱਕ ਦੂਜੇ ਦੇ ਕਾਨੂੰਨ ਬਣ ਜਾਣ, ਫਿਰ ਜਿਹੜਾ ਸੈਂਟਰ ਵਾਲਾ ਕਾਨੂੰਨ ਆ ਉਹ ਲਾਗੂ ਰਹੂਗਾ। ਕਿ ਜੇ ਦੋਨੇ, ਕਿਹੜਾ ਸਟਰੋਂਗ ਕੇਸ ਹੋਊਗਾ? ਕਿਹੜਾ ਸੈਂਟਰ ਵਾਲਾ। ਯਾਨੀ ਕਿ ਇਹ ਕੇਸ ਆ ਦੋਨੇ ਬਣਾ ਸਕਦੀ ਹੈ, ਸਟੇਟ ਵੀ ਬਣਾ ਸਕਦੀ ਹੈ, ਸੈਂਟਰ ਵੀ ਬਣਾ ਸਕਦੀ ਹੈ। ਪਰ ਜੇ ਕੰਟਰੋਵਰਸੀ ਹੋ ਜਾਵੇ ਤਾਂ ਸੈਂਟਰ ਵਾਲਾ ਮੰਨਿਆ ਜਾਊ। ਹਾਂਜੀ, ਇਹਦੇ ਸਟੇਟ ਵਿੱਚ ਕਿਹੜੇ ਕਿਹੜੇ ਆ? ਖੇਤੀਬਾੜੀ, ਪੰਚਾਇਤਾਂ, ਕੁਝ ਕੁ ਲਿਖਤਾ ਮੈਂ, ਤੇ ਪੁਲਿਸ ਜਾਂ ਪੁਲਿਸ ਕਰ। ਹਾਂਜੀ, ਇਹ ਯਾਨੀ ਕਿ ਕੁਐਸਚਨ ਕੀ ਆ ਸਕਦਾ ਹੁੰਦਾ ਵਾ? ਇਹ ਵੀ ਆ ਸਕਦਾ ਵੀ ਇਹ ਦੱਸੋ ਕਿਹੜੀ ਸੂਚੀ ਵਿੱਚ ਆ। ਠੀਕ ਹੈ, ਵੀ ਫੈਡਰਲ ਸਿਸਟਮ ਅਧੀਨ ਇਹ ਪਾਵਰਾਂ ਕਿਹਦੇ ਕੋਲੇ ਆ ਕਾਨੂੰਨ ਬਣਾਉਣ ਦੀਆਂ? ਸਟੇਟ ਕੋਲੇ ਆ, ਸੈਂਟਰ ਕੋਲੇ ਆ, ਕਿ ਇਹ ਸਮਵਰਤੀ ਸੂਚੀ 'ਚ ਮਤਲਬ ਦੋਨੇ ਕਾਨੂੰਨ ਬਣਾ ਸਕਦੇ ਆ। ਤੇ ਸਿੱਧਾ ਆ ਸਕਦਾ ਫੈਡਰਲ ਸਿਸਟਮ ਕਿਹੜੀ ਸੂਚੀ ਵਿੱਚ ਆ। ਉਹ ਸਾਨੂੰ ਯਾਨੀ ਕਿ ਤਰਤੀਬਵਾਰ ਕਿੱਦਾਂ ਯਾਦ ਰਹੂਗਾ? ਜੇ ਇਹ ਆਪਾਂ ਟ੍ਰਿਕ ਯਾਦ ਕਰ ਲਾਂਗੇ, ਸੌਖਾ ਯਾਦ ਹੋ ਜਾਂਦਾ। ਕਈਆਂ ਦਾ ਵੈਸੇ ਰੱਟਾ ਬਹੁਤ ਹੁੰਦਾ, ਸਭ ਕੁਝ ਯਾਦ ਕਰ ਸਕਦੇ ਹੁੰਦੇ, ਤੇ ਟ੍ਰਿਕ ਨਾਲ ਯਾਨੀ ਕਿ ਸੌਖਾ ਯਾਦ ਹੋ ਜਾਂਦਾ। ਹਾਂਜੀ, ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ। ਨੈਕਸਟ ਆ ਗਈ 8ਵੀਂ ਸੂਚੀ। ਹਾਂਜੀ, ਕਿਹੜੀ ਹੈ? ਹਾਂਜੀ, ਨੋਟ ਜ਼ਰੂਰ ਕਰ ਲੈਣਾ ਤੁਸੀਂ। ਹਾਂਜੀ, ਅੱਗੇ ਕਿਹੜੀ ਸੂਚੀ ਹੈਗੀ? ਹਾਂਜੀ, ਆਪਾਂ ਫੈਡਰਲ ਸਿਸਟਮ ਬਾਰੇ ਗੱਲ ਕੀਤੀ ਹੈ। ਹਾਂਜੀ, ਉਹ ਓਫੀਸ਼ੀਅਲ ਲੈਂਗੁਏਜ। ਇਹਦੇ ਵਿੱਚ ਇੰਡੀਆ ਦੇ ਵਿੱਚ ਕਿੰਨੀਆਂ ਵੀ ਓਫੀਸ਼ੀਅਲ ਲੈਂਗੁਏਜ ਆਪਾਂ ਕਹਿੰਦੇ ਆ ਵੀ ਕਿੰਨੀਆਂ ਵਾ, ਉਹਨਾਂ ਸਾਰਿਆਂ ਦੇ ਨਾਂ ਲਿਖੇ ਹੋਏ ਆ। ਇਹ ਕਿੰਨੀਆਂ ਵਾ? ਪਹਿਲਾਂ ਜਦੋਂ ਸੰਵਿਧਾਨ ਲਾਗੂ ਹੋਇਆ ਸੀ ਉਸ ਵਕਤ 14 ਸੀ, ਪਰ ਹੁਣ ਵੱਧਦੀਆਂ ਬਾਅਦ 'ਚ ਕਿੰਨੀਆਂ ਹੋ ਗਈਆਂ? ਹੁਣ ਕਿੰਨੀਆਂ ਵਾ? 22। ਇਹ ਵੀ ਸਾਨੂੰ ਯਾਦ ਹੋਣਾ ਚਾਹੀਦਾ। ਇਹ ਕੁਐਸਚਨ ਬਹੁਤ ਰਿਪੀਟ ਹੁੰਦਾ ਵੀ ਓਫੀਸ਼ੀਅਲ ਲੈਂਗੁਏਜ
ਕਿਹੜੀ 91ਵੀਂ ਸੂਚੀ 'ਚ। ਤੇ ਉਹਦੇ ਵਾਸਤੇ ਉਹੀ ਫੇਰ ਇੱਥੇ ਭੁਲੇਖਾ ਪੈ ਜਾਂਦਾ। ਮੈਂ ਫੇਰ ਦੱਸਿਆ ਵੀ ਜਿਹੜੀ ਉਹ ਆ ਅਫੀਸ਼ੀਅਲ ਲੈਂਗੁਏਜ ਉਹ ਆ, ਉਹ ਬਾਅਦ ਵਾਲੀ ਆ। ਜਦੋਂ ਆਪਾਂ ਗਿਣਦੇ ਆ ਟੀਅਰਸ ਆਫ, ਇੱਦਾਂ ਆਪਾਂ ਬਣਾ ਲੈਂਦੇ ਆ ਪੇਪਰ ਵਿੱਚ। ਆਪਾਂ ਕੀ ਕਰਾਂਗੇ, ਟੀਅਰਸ ਆਫ, TEOFOLD ਟੀਅਰਸ ਆਫ ਫੋਲਡ PM। ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਟੀ ਦਾ ਮਤਲਬ ਟੈਰੀਟਰੀਜ਼, E ਦਾ ਮਤਲਬ ਇਨਕਮ ਆਮਦਨ ਬਾਰੇ ਆ, A ਪਰਮਿਸ਼ਨ ਐਂਡ ਓਥ ਸਹੁੰ ਬਾਰੇ ਆ। ਇੱਥੇ R ਦਾ ਮਤਲਬ ਰਾਜ ਸਭਾ, ਇਸ ਦਾ ਮਤਲਬ ਸ਼ਡਿਊਲ ਆ। ਉਹ ਜਦੋਂ ਆਪਾਂ ਲੈਣਾ ਸ਼ਡਿਊਲ ਦੇ ਨਾਲ ਹੀ ਆ ਗਈ। ਇਹ ਕੀ ਆ, ਅਦਰ ਸ਼ਡਿਊਲ ਆ। ਇਹ ਕੀ ਆ, ਫੈਡਰਲ ਪਾਵਰਾਂ ਬਾਰੇ ਜਿਹੜੀਆਂ ਤੁਹਾਨੂੰ ਮੈਂ ਗੱਲ ਕਰਕੇ ਹਟਿਆ ਆਪਾਂ। ਆ ਉਹ ਅਫੀਸ਼ੀਅਲ ਹੈ। ਜਦੋਂ ਅਫੀਸ਼ੀਅਲ ਲੈਂਗੁਏਜ ਆ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਤੇ 8ਵੀਂ। ਸਾਡਾ ਆਨਸਰ ਕੀ ਆ ਜਾਊਗਾ, 8ਵੀਂ। ਇਹਦੇ ਅੱਗੇ L ਲੈਂਡ ਰਿਫੋਰਮ, D ਡਿਸਕੁਆਲੀਫਿਕੇਸ਼ਨ, P ਪੰਚਾਇਤਾਂ ਤੇ ਮਿਊਨਿਸਪੈਲਿਟੀਜ਼। ਹਾਂਜੀ, ਆਪਾਂ ਯਾਨੀ ਕਿ ਇਹ ਟ੍ਰਿਕ ਲਿਖ ਕੇ ਆਪਾਂ ਨੂੰ ਪਤਾ ਲੱਗ ਗਿਆ ਨਾ 91ਵੀਂ ਸੂਚੀ। ਇਹ ਕੁਐਸਚਨ ਬਹੁਤ ਆਉਂਦਾ ਵਾ ਵੀ ਕੋਈ ਵੀ ਸੂਚੀ ਆ ਵੀ ਆਪਾਂ ਨੂੰ 91 ਦੇ ਵਿੱਚ ਕੋਈ ਸਬਜੈਕਟ ਦੇਣਗੇ ਆਪਾਂ ਨੂੰ। ਹਾਂਜੀ, ਇਹ ਹੋ ਗਿਆ ਹੁਣ ਆਪਣੇ ਕੋਲ 8ਵੀਂ ਸੂਚੀ ਆ। 9ਵਾਂ ਕੀ ਹੈ, ਲੈਂਡ ਰਿਫੋਰਮਸ, ਪ੍ਰੋਪਰਟੀ ਸੰਬੰਧੀ, ਲੈਂਡ ਸੰਬੰਧੀ ਜਿਹੜੇ ਆ ਉਹ ਕਾਹਦੇ ਵਿੱਚ ਲਿਖਿਆ ਗਿਆ, 9ਵੀਂ ਸੂਚੀ ਵਿੱਚ। ਇਹਦੇ ਬਾਰੇ ਜ਼ਿਆਦਾ ਨਹੀਂ ਗਾ। ਹਾਂਜੀ, ਇਹ ਕੀ ਹੈ, ਡਿਫੈਕਸ਼ਨ। ਇਹ ਮਤਲਬ ਕੀ ਹੈ, ਡਿਸਕੁਆਲੀਫਿਕੇਸ਼ਨ। ਇਹ ਕੀ ਆ, ਇਹ ਹੈ ਕੀ ਹੈ ਦਰਅਸਲ ਇੱਕ ਤੁਸੀਂ ਸੁਣਿਆ ਦਲ ਬਦਲੂ ਕਾਨੂੰਨ। ਹਾਂਜੀ, ਪਹਿਲਾਂ ਇੱਕ ਹੋਰ ਗੱਲ ਵਾ ਵੀ ਆਹ ਕਿੰਨੀਆਂ ਸੀਗੀਆਂ, 8 ਪਹਿਲਾਂ ਸੀਗੀਆਂ। ਇਹ 9ਵੀਂ 10ਵੀਂ 11ਵੀਂ 12ਵੀਂ ਕਦੋਂ ਐਡ ਹੋਈਆਂ ਵਾ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਜੀ 4 ਜ਼ਰੂਰ ਯਾਦ ਰੱਖਣੀਆਂ ਆਪਾਂ। ਜਿਹੜੀ ਆਹ ਲੈਂਡ ਰਿਫੋਰਮ ਵਾਲੀ ਆ ਇਹ ਕਦੋਂ ਐਡ ਹੋਈ ਆ, 1951 ਵਿੱਚ। ਇੱਕ ਹੋਰ ਕੁਐਸਚਨ ਆਉਂਦਾ 91ਵੀਂ ਸੋਧ ਰਾਹੀਂ। ਹਾਂਜੀ, ਇਹ ਪਹਿਲੀ ਸੋਧ ਰਾਹੀਂ ਅਮੈਂਡਮੈਂਟ ਹੁੰਦੀ ਰਹਿੰਦੀ ਹੈ। ਹਾਂਜੀ, ਕਿਹੜੀ ਸੋਧ ਆ, ਪਹਿਲੀ। 91ਵੀਂ ਅਮੈਂਡਮੈਂਟ ਆ ਇਹ ਪਹਿਲੀ। 1951 ਵੀ ਯਾਦ ਰੱਖਣਾ, ਪਹਿਲੀ ਸੋਧ। ਬਸ ਇਹਦੇ ਵਾਸਤੇ ਇੰਨਾ ਹੀ ਯਾਦ ਰੱਖਣਾ 9ਵੀਂ ਵਾਸਤੇ। ਹਾਂਜੀ, ਇਹ ਜਿਹੜਾ ਦਲ ਬਦਲੂ ਕਾਨੂੰਨ ਆ, ਡਿਸਕੁਆਲੀਫਿਕੇਸ਼ਨ ਇਹ ਕੀ ਆ, ਕੋਈ ਵੀ MLA MP ਕਿਸੇ ਪਾਰਟੀ ਵੱਲੋਂ ਜਿੱਤ ਜਾਂਦਾ, ਪਰ ਜਿੱਤਣ ਤੋਂ ਬਾਅਦ ਉਹ ਚਾਹੁੰਦਾ ਵੀ ਮੈਂ ਹੋਰ ਪਾਰਟੀ ਵਿੱਚ ਚਲੇ ਜਾਵਾਂ ਕਿਸੇ ਵੀ ਲਾਲਚ ਤਹਿਤ। ਜਿਹੜੀ ਕਿ ਹੁਣ ਕੀ ਇਹ ਕਾਨੂੰਨ ਆ ਵੀ ਉਹਨੂੰ ਉਸੇ ਪਾਰਟੀ ਜਾਂ ਤਾਂ ਰਹਿਣਾ ਪਊਗਾ, ਜੇ ਦੂਸਰੀ ਪਾਰਟੀ ਜਾਂਦਾ ਉਹਨੂੰ ਮਤਲਬ ਅਸਤੀਫਾ ਦੇਣਾ ਪਊਗਾ ਜਾਂ ਉਹਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਊਗਾ। ਹਾਂਜੀ, ਇਹ ਕਾਨੂੰਨ ਜਿਹੜਾ ਇਹਦੇ ਨਾਲ ਸੰਬੰਧਿਤ ਆ, ਇਹ ਕਦੋਂ ਆਇਆ ਸੀਗਾ, 1985 ਵਿੱਚ। ਤੇ 91ਵੀਂ ਸੋਧ ਇਹ ਆ ਜਾਂਦਾ, 91ਵੀਂ ਸੋਧ ਆ, 91ਵੀਂ ਅਮੈਂਡਮੈਂਟ ਆ। ਇਹ ਕਿ 52ਵੀਂ ਅਮੈਂਡਮੈਂਟ 91ਵੀਂ ਆ, 52ਵੀਂ। ਹਾਂਜੀ, ਇਹ ਪਤਾ ਹੋਣਾ ਚਾਹੀਦਾ ਵਾ। ਹਾਂਜੀ, ਪੰਚਾਇਤਾਂ, ਇਹੀ ਗੱਲ ਫੇਰ, ਪੰਚਾਇਤਾਂ ਕਦੋਂ ਐਡ ਕੀਤੀਆਂ ਗਈਆਂ ਸੰਵਿਧਾਨ ਦੇ ਵਿੱਚ, ਇਹਨਾਂ ਬਾਰੇ। ਤੇ ਜਿਹੜੇ ਵੀ ਇਹਨਾਂ ਬਾਰੇ ਕਨੀ 29 ਸਬਜੈਕਟ ਆ ਸ਼ਾਇਦ, ਇਹਨਾਂ ਨੂੰ 29 ਅਧਿਕਾਰ ਦਿੱਤੇ ਆ। ਇੱਦਾਂ ਹੀ ਮਿਊਨਿਸਪੈਲਿਟੀ ਨੂੰ 18 ਅਧਿਕਾਰ ਦਿੱਤੇ, ਉਹ ਸਾਰੇ ਲਿਖੇ ਆ। ਇਹ ਕਦੋਂ ਐਡ ਕੀਤੇ ਗਏ ਆ ਇਹ ਵੀ ਪਤਾ ਹੋਣਾ ਚਾਹੀਦਾ, 1993 ਵਿੱਚ। ਇਹ ਲਾਗੂ ਕਦੋਂ ਹੋਈ ਸੀ, 1993 ਵਿੱਚ। ਕਈ ਵਾਰੀ 1992 ਵਿੱਚ ਵੀ ਆ ਜਾਂਦਾ, ਕਿਉਂਕਿ ਪਾਰਲੀਮੈਂਟ ਵਿੱਚ 1900 ਇਹ ਕੇਸ 92 ਵਿੱਚ ਚਲਿਆ ਗਿਆ ਸੀ, ਪਰ ਪਾਸ ਕਦੋਂ ਹੋਇਆ, 1993 ਵਿੱਚ ਹੋਇਆ। ਇਹ ਕਿਹੜੀ, ਹਾਂਜੀ ਕਿਹੜੀ ਸੋਧ ਰਾਹੀਂ ਇਹ ਹੋਇਆ, 73ਵੀਂ ਸੋਧ ਰਾਹੀਂ। ਇਹ ਕਿਹੜੀ ਸੋਧ ਆ, 73ਵੀਂ। ਯਾਨੀ ਕਿ ਪੰਚਾਇਤਾਂ ਕਿਹੜੇ ਸੰਨ ਦੇ ਵਿੱਚ ਸੰਵਿਧਾਨ ਦੇ ਵਿੱਚ ਪੂਰਾ ਇਹਦੇ ਬਾਰੇ ਡਿਟੇਲ ਵਿੱਚ ਪਾਇਆ ਗਿਆ। ਹਾਂਜੀ, ਕਦੋਂ, 1993 ਵਿੱਚ। ਕਿਹੜੀ ਸੋਧ ਤਹਿਤ, 73ਵੀਂ ਸੋਧ ਤਹਿਤ। ਹਾਂਜੀ, ਇੱਦਾਂ ਹੀ ਮਿਊਨਿਸਪੈਲਿਟੀਜ਼ ਦਾ ਕਿੰਨਾ ਆ ਜਾਊਗਾ, ਇਹ ਵੀ ਸੇਮ ਈਅਰ ਆ। ਤੇ ਇੱਕ ਸੋਧ ਕਿਹੜੀ ਹੈ, ਇਸ ਤੋਂ ਅਗਲੀ ਹੋਈ ਸੋਧ, 74ਵੀਂ ਸੋਧ। ਹਾਂਜੀ, ਇਹ ਸੀਗੀਆਂ ਸਾਰੀਆਂ 8 ਸ਼ਡਿਊਲਸ, ਅਨੁਸੂਚੀਆਂ। ਤੇ ਆਪਾਂ ਕਾਫੀ ਕੁਐਸਚਨ ਡਿਸਕਸ ਕਰ ਲਿਆ। ਹਾਂਜੀ, ਇਸ ਤੋਂ ਅਗਲੀ ਵੀਡੀਓ ਵਿੱਚ ਕੋਈ ਨਵਾਂ ਟੌਪਿਕ ਲੈ ਕੇ ਆਵਾਂਗੇ, ਜਿਹਦੇ ਵਿੱਚ ਕਾਫੀ ਸਾਰੇ ਇਹਦੇ ਵਾਂਗੂ ਕੁਐਸਚਨ ਡਿਸਕਸ ਹੋ ਜਾਣ। ਤੇ ਤੁਸੀਂ ਇਹ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ। ਤੇ ਜੇ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰੋ। ਹਾਂਜੀ, ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।